बुध प्रभ तुच्छ हमारी, भर न सकै महिमा जेते हारी। हम न सकत कर सिफत तुम्हारी, आप ले हो तुम कथा सुधारी। हम न सकत कर सिफत तुम्हारी, आप ले हो तुम कथा सुधारी। वाहिगुरु साहिब जी। तीरथ तप दया दत दान, जे को पावै तिल का मान। सुनिया मन्निया मन कीता भाओ, अंतरगत तीरथ मल नाओ। वाहिगुरु जी का खालसा, वाहिगुरु जी की फतेह। साहिबां दी पावन पवित्र हजूरी विच जुड़ बैठे सत संगी जनों, वडभागे हो। ਅੰਮ੍ਰਿਤ ਵੇਲੇ ਦੇ ਸਜੇ ਨਾ ਦੀਵਾਨਾਂ ਦੇ ਅੰਦਰ, ਜਿੱਥੇ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ, ਜੁੜ ਬੈਠੇ ਹੋ। ਇਸ ਵੇਲੇ ਲੜੀਵਾਰ ਚੱਲ ਰਹੀ ਜਪਜੀ ਸਾਹਿਬ ਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਨ ਦੇ ਲਈ ਅੱਜ ਦੀ ਇਹ ਪੌੜੀ ਜੋ ਆਪ ਜੀ ਨੇ ਹੁਣੇ ਸ਼ਰਵਣ ਕੀਤੀ, ਇਹ ਜਪਜੀ ਸਾਹਿਬ ਦੀ 21ਵੀਂ ਪੌੜੀ ਹੈ ਕਿ ਰਹਿਮਤਾਂ ਮੇਰੇ ਪਾਤਸ਼ਾਹ ਮੇਰੇ ਬਾਬੇ ਨੇ ਕੀਤੀਆਂ। ਇਸ ਪੌੜੀ ਦੇ ਅੰਦਰ ਕੀ ਸਾਨੂੰ ਸਮਝਾਇਆ, ਇਹ ਅੱਜ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ। ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਣੀਆਂ ਮਨੋਬ੍ਰਿਤੀਆਂ ਨੂੰ ਕਰੋ ਇਕਾਗਰ, ਰਸਨਾ ਨੂੰ ਕਰੋ ਪਵਿੱਤਰ, ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਹ ਪਾਵਨ ਪੌੜੀ, ਇਸ ਪੌੜੀ ਦੇ ਅੰਦਰ ਜਿੱਥੇ ਮੇਰੇ ਪਾਤਸ਼ਾਹ ਨੇ ਤੀਰਥਾਂ ਆਦਿ ਦਾ ਜ਼ਿਕਰ ਕੀਤਾ, ਉੱਥੇ ਨਾਲ ਹੀ ਗੁਰੂ ਬਾਬੇ ਨੇ ਇਸ ਪੌੜੀ ਦੇ ਅੰਦਰ ਇਹ ਸਾਰੀ ਕਾਇਨਾਤ ਕਿਵੇਂ ਬਣੀ ਜਾਂ ਕਿਵੇਂ ਬੜਿਆਂ ਨੇ ਇਹਨੂੰ ਖੋਜਣ ਦਾ ਯਤਨ ਕੀਤਾ, ਪਰ ਕਿਸੇ ਨੂੰ ਸਮਝ ਨਾ ਆਈ। ਅੱਜ ਇਹ ਜ਼ਿਕਰ ਕੀਤਾ ਹੈ। ਮੇਰੇ ਬਾਬੇ ਨੇ ਆਖਿਆ, ਭਾਈ ਬੜਿਆਂ ਨੇ ਇਸ ਗੱਲ ਦਾ ਯਤਨ ਕੀਤਾ ਕਿ ਲੱਭ ਲਿਆ ਜਾਏ ਕਿ ਇਹ ਕਾਇਨਾਤ, ਇਹ ਧਰਤੀ, ਇਹ ਆਕਾਸ਼, ਇਹ ਬ੍ਰਹਿਮੰਡ ਕਿਸ ਤਰ੍ਹਾਂ ਬਣੇ। ਪਹਿਲੇ ਸਮੇਂ ਦੇ ਅੰਦਰ ਵੀ ਇਹ ਖੋਜ ਹੁੰਦੀ ਰਹੀ, ਅੱਜ ਵੀ ਇਹ ਖੋਜ ਉਸੇ ਤਰ੍ਹਾਂ ਬਾ ਦਸਤੂਰ ਜਾਰੀ ਹੈ। ਅੱਜ ਵੀ ਬੜੇ ਉਪਗ੍ਰਹਿ ਸਪੇਸ ਦੇ ਅੰਦਰ ਛੱਡੇ ਜਾ ਰਹੇ ਨੇ ਇਸ ਗੱਲ ਨੂੰ ਜਾਣਨ ਦੇ ਵਾਸਤੇ ਕਿ ਪਤਾ ਚੱਲ ਸਕੇ ਇੱਕ ਧਰਤੀ, ਇਹ ਜਿਹੜੇ ਗ੍ਰਹਿ ਹਨ ਇਹ ਕਿਸ ਤਰ੍ਹਾਂ ਬਣੇ ਹਨ। ਅੱਜ ਜਿਹੜਾ ਜ਼ਿਕਰ ਮੇਰੇ ਪਾਤਸ਼ਾਹ ਨੇ ਕੀਤਾ, ਪਹਿਲਾਂ ਇਸ ਗੱਲ ਨੂੰ ਸਮਝਾਇਆ, ਕਹਿੰਦੇ ਤੀਰਥ ਤਪ ਦਇਆ ਦਤ ਦਾਨ।
ਜੇ ਕੋਈ ਇਨਸਾਨ ਆਪਣੇ ਜੀਵਨ ਦੇ ਅੰਦਰ ਤੀਰਥਾਂ ਤੇ ਯਾਤਰਾ ਕਰਦਾ ਰਹੇ, ਕੋਈ ਇਨਸਾਨ ਜਿਹੜਾ ਆਪਣੇ ਜੀਵਨ ਦੇ ਅੰਦਰ ਤਪ ਕਰਦਾ ਰਹੇ, ਬੜੀ ਦਇਆ ਜੀਵਾਂ ਤੇ ਦਇਆ ਵੀ ਕਰੇ, ਦਇਆ ਮਨ ਦੇ ਅੰਦਰ ਹੋਵੇ, ਉਹ ਇਨਸਾਨ ਆਖਦੇ ਨੇ ਜਿਹਨੇ ਜੀਵਨ ਦੇ ਅੰਦਰ ਦਾਨ ਵੀ ਬੜਾ ਦਿੱਤਾ ਹੋਵੇ। ਤੀਰਥ ਤਪ ਦਇਆ ਦਤ ਦਾਨ। ਦਤ ਦਾ ਭਾਵ ਹੈ ਦਿੱਤਾ ਹੋਇਆ ਦਾਨ। ਫਿਰ ਆਖਿਆ ਕਹਿੰਦੇ ਜੇ ਕੋ ਪਾਵੈ ਤਿਲ ਕਾ ਮਾਨ। ਮਾਨ ਦਾ ਭਾਵ ਹੈ ਵਡਿਆਈ। ਕਹਿੰਦੇ ਤੀਰਥ ਯਾਤਰਾ ਨਾਲ, ਤਪ ਨਾਲ, ਦਇਆ ਨਾਲ, ਦਿੱਤੇ ਹੋਏ ਦਾਨ ਨਾਲ ਬੜੇ ਵਿਰਲੇ ਨੇ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਮਾਣ, ਥੋੜ੍ਹਾ ਜਿਹਾ ਸਤਿਕਾਰ ਜਾਂ ਥੋੜ੍ਹੀ ਜਿਹੀ ਵਡਿਆਈ ਮਿਲਦੀ ਹੈ। ਜੇ ਕੋ ਪਾਵੈ ਤਿਲ, ਤਿਲ ਮਾਤਰ ਮਾਣ, ਤਿਲ ਮਾਤਰ ਵਡਿਆਈ। ਫਿਰ ਮੇਰੇ ਪਾਤਸ਼ਾਹ ਨੇ ਆਖਿਆ, ਸੁਣਿਆ ਮੰਨਿਆ ਮਨ ਕੀਤਾ ਭਾਉ। ਅਸਲ ਵਿੱਚ ਸੁਣਿਆ ਦੀਆਂ ਪੌੜੀਆਂ ਵੀ ਆਪਾਂ ਵਿਚਾਰ ਚੁੱਕੇ ਹਾਂ ਤੇ ਮੰਨੇ ਦੀਆਂ ਪੌੜੀਆਂ ਵੀ। ਬਾਣੀ ਦਾ ਉਪਦੇਸ਼ ਹੈ, ਜਿੱਥੇ ਗੁਰੂ ਪਾਤਸ਼ਾਹ ਨੇ ਆਖਿਆ ਭਾਈ ਇੱਥੇ ਸੁਣਨਾ ਵੀ, ਸੁਣਨ ਵਾਲਾ ਪ੍ਰਵਾਨ ਹੈ, ਤੇ ਸੁਣਨ ਤੋਂ ਬਾਅਦ ਜਿਹੜਾ ਮੰਨਦਾ ਹੈ ਨਾ ਉਹ ਵੀ ਪ੍ਰਵਾਨ ਹੈ। ਉਸ ਤੋਂ ਬਿਨਾਂ ਨਹੀਂ। ਜੇ ਇਕੱਲਾ ਸੁਣ ਲਿਆ, ਉਹਨੂੰ ਮੰਨਿਆ ਨਾ ਆਪਣੇ ਜੀਵਨ ਦੇ ਅੰਦਰ, ਉਹ ਪ੍ਰਵਾਨਗੀ ਨਹੀਂ ਹੈ। ਇੱਥੇ ਕਹਿੰਦੇ ਸੁਣਿਆ, ਫਿਰ ਆਖਿਆ ਮੰਨਿਆ। ਪਰ ਤੀਜੀ ਗੱਲ ਬੜੇ ਕਮਾਲ ਦੀ ਮੇਰੇ ਪਾਤਸ਼ਾਹ ਨੇ ਆਖਿਆ, ਮਨ ਕੀਤਾ ਭਾਉ। ਭਾਉ ਦਾ ਅਰਥ ਹੈ ਪ੍ਰੇਮ, ਪ੍ਰੇਮਾ ਭਗਤੀ। ਇਹ ਭਾਉ ਜਿਹੜਾ ਹੈ ਨਾ, ਇਹ ਦਿਖਾਵੇ ਵਾਲਾ ਨਹੀਂ ਹੋ ਸਕਦਾ ਕਦੇ ਵੀ। ਵੈਸੇ ਇੱਕ ਗੱਲ ਹੋਰ ਵੀ ਹੈ, ਜੇ ਇਹਨੂੰ ਦੂਜੇ ਪਾਸੇ ਅਰਥ ਲੈ ਕੇ ਚੱਲੀਏ ਨਾ, ਤੇ ਮੇਰੇ ਬਾਬੇ ਨੇ ਆਖਿਆ ਪਹਿਲਾਂ ਸੁਣਨਾ ਹੈ, ਉਸ ਤੋਂ ਬਾਅਦ ਮੰਨਣਾ ਹੈ, ਤਾਂ ਹੀ ਮਨ ਦੇ ਅੰਦਰ ਭਾਉ ਜਿਹੜਾ ਹੈ ਨਾ, ਪ੍ਰੇਮ ਜਿਹੜਾ ਉਹ ਪੈਦਾ ਹੋ ਸਕਦਾ ਹੈ, ਨਹੀਂ ਤੇ ਨਹੀਂ। ਜੇ ਕਹੀਏ ਕਿ ਮਨ ਦੇ ਅੰਦਰ ਪ੍ਰੇਮਾ ਭਗਤੀ ਪੈਦਾ ਕਰਨੀ ਹੈ, ਬਾਣੀ ਪੜ੍ਹਨੀ ਨਹੀਂ, ਬਾਣੀ ਸੁਣਨੀ ਨਹੀਂ, ਬਾਣੀ ਨੂੰ ਮੰਨਣਾ ਨਹੀਂ, ਤੇ ਮਨ ਦੇ ਅੰਦਰ ਪ੍ਰੇਮ ਕਿਵੇਂ ਜਾਗੇਗਾ? ਸੁਣਿਆ, ਮੰਨਿਆ, ਮਨ ਕੀਤਾ ਭਾਉ। ਫਿਰ ਕੀ ਹੋਏਗਾ? ਅੰਤਰਗਤ ਤੀਰਥ ਮਲ ਨਾਓ। ਇਹ ਜਿਹੜਾ ਤੀਰਥ ਤਪ ਦਇਆ ਦਤ ਦਾਨ ਮੇਰੇ ਪਾਤਸ਼ਾਹ ਨੇ ਆਖਿਆ ਨਾ, ਫਿਰ ਕਹਿੰਦੇ ਇਹ ਤੀਰਥ ਜਿਹੜੇ ਨੇ ਨਾ, ਇਹ ਬਾਹਰਲੀ ਮੈਲ ਦੂਰ ਕਰ ਸਕਦੇ ਨੇ। ਨਹਾਉਣ ਦੇ ਨਾਲ ਕੀ ਹੋਏਗਾ? ਤਨ ਦੀ, ਸਰੀਰ ਦੀ ਮੈਲ ਲੱਥੇਗੀ। ਇਸ਼ਨਾਨ ਦੇ ਨਾਲ ਇਹੀ ਕੁਝ ਨਾ, ਬਾਹਰਲੇ ਨਹਾਉਣ ਦੇ ਨਾਲ। ਤਾਂ ਹੀ ਮੇਰੇ ਸਾਹਿਬਾਂ ਨੇ ਬਚਨ ਕਹੇ ਨਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਕਰ ਇਸ਼ਨਾਨ, ਪਹਿਲੀ ਗੱਲ ਫਿਰ ਸਿਮਰ ਪ੍ਰਭ ਆਪਣਾ ਹੋਏਗਾ ਕਿ ਤਨ ਮਨ ਭਏ ਅਰੋਗਾ। ਕਰ ਇਸ਼ਨਾਨ ਨਾਲ ਤਨ ਅਰੋਗ, ਸਿਮਰ ਪ੍ਰਭ ਆਪਣਾ ਦੇ ਨਾਲ ਮਨ ਅਰੋਗ ਹੋਏਗਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਪਰ ਇਹਦਾ ਮਤਲਬ ਇਹ ਨਹੀਂ ਕਿ ਇਸ਼ਨਾਨ ਕਰਨਾ, ਨਹਾਉਣਾ ਹੀ ਛੱਡ ਦੇਣਾ, ਵੀ ਗੁਰੂ ਸਾਹਿਬ ਨੇ ਆਖਿਆ ਨਹਾਉਣ ਨਾਲ ਰੱਬ ਨਹੀਂ ਮਿਲਦਾ। ਇਹ ਤੇ ਜਿੱਥੇ ਨਹਾਉਣ ਨੂੰ ਕਰਮ ਕਾਂਡ ਬਣਾ ਲਿਆ ਉਹਦਾ ਜ਼ਿਕਰ ਹੈ। ਅੰਮ੍ਰਿਤ ਵੇਲਾ ਉੱਠਣਾ, ਇਸ਼ਨਾਨ ਤੇ ਕਰਨਾ ਹੀ ਕਰਨਾ ਸੀ। ਇੱਥੇ ਜਿੱਥੇ ਨਹਾਉਣ ਨੂੰ, ਇਸ਼ਨਾਨ ਨੂੰ ਕਰਮ ਕਾਂਡ ਬਣਾ ਲਿਆ, ਵੀ ਗੰਗਾ ਵਿੱਚ ਨਹਾਤਿਆਂ ਪਾਪ ਨਿਕਲ ਜਾਣਗੇ, ਉਹਦਾ ਨਹਾਉਣ ਦਾ ਜ਼ਿਕਰ, ਉਹਦਾ ਖੰਡਨ ਮੇਰੇ ਪਾਤਸ਼ਾਹ ਨੇ ਕੀਤਾ ਹੈ। ਇਸ਼ਨਾਨ ਦੀ ਗੱਲ ਤੇ ਸਾਹਿਬਾਂ ਨੇ ਆਪ ਕਹੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਉੱਥੇ ਆਖਿਆ ਨਾ ਭਲਕੇ, ਉੱਥੇ ਆਖਿਆ ਮੇਰੇ ਪਾਤਸ਼ਾਹ ਨੇ ਕਿ ਹਾਂ ਉੱਥੇ ਇਸ਼ਨਾਨ ਵੀ ਜ਼ਰੂਰੀ ਹੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ। ਉਹ ਸਰੀਰ ਦੀ ਸਫਾਈ ਲਈ ਇੱਥੇ ਜਿਹੜੇ ਬਚਨ ਕਹੇ ਨਾ, ਆਖਿਆ ਭਾਈ ਹਾਂ ਜੇ ਸੁਣਿਆ ਮੰਨਿਆ ਮਨ ਕੀਤਾ ਭਾਉ ਨਾ, ਫਿਰ ਅੰਤਰਗਤ ਤੀਰਥ ਮਲ ਨਾਓ। ਅੰਦਰਲੀ ਮੈਲ ਜਿਹੜੀ ਹੈ ਨਾ, ਅੰਦਰ ਤੀਰਥ ਬਣੇਗਾ। ਜਦੋਂ ਬਾਣੀ ਨੂੰ ਸੁਣਾਂਗੇ, ਬਾਣੀ ਨੂੰ ਮੰਨਾਂਗੇ, ਅੰਦਰ ਪ੍ਰੇਮ ਬਣੇਗਾ, ਫਿਰ ਉਹ ਤੀਰਥ ਉਹ ਅੰਦਰ ਬਣੇਗਾ ਜਿਹੜਾ ਮਨ ਦੀ ਮੈਲ ਨੂੰ ਲਾ ਕੇ ਸਦਾ ਲਈ ਦੂਰ ਕਰ ਦੇਗਾ। ਅਸੀਂ ਨਾ ਮਨ ਦੀ ਮੈਲ ਲਾਉਣ ਵਾਸਤੇ ਗੰਗਾ ਵੱਲ ਦੌੜਦੇ ਰਹੇ, ਜਮਨਾ ਵੱਲ ਦੌੜਦੇ ਰਹੇ, ਇੱਦਾਂ ਹੀ ਹੁੰਦਾ ਰਿਹਾ ਨਾ।
कि हाँ उत्थे नहाउण नाल शायद मन की मैल दूर हो जाएगी। नहीं, वो दूर किवें होएगी? सुनिया मन्निया मन कीता भाओ, अंतरगत तीरथ मल नहाओ, सब गुण तेरे मैं नाही कोए, विन गुण कीते भगत ना होए। सब गुण तेरे, ये सारियां रहमतां बख्शिशां वडियाइयां तेरियां ने, मेरा कुछ नहीं। जे तू सुनन दी अवस्था भी तू पैदा करनी है, मनण दी भी तू, ते अंदर प्रेमा भगती भी तू पैदा करना है। असी इंसान जिन अरदास एवें अरदास नहीं जीवन के अंदर रखी गई। सिख तो पैर पैर ते गुरु के अगे अरदास करता है, मेरे सच्चे पातशाह इत्थै उथै रखवाला, कि तू इत्थे भी रखवाला है, उथे भी रखवाला है, तो रखिया तू करनी। अरदास करते हैं, असीं बेनतियां करते हैं ਉਹਦੇ अगे। मेरे बाबे ने बोल कहे, आख्या भाई सब गुण तेरे ऐ परमात्मा, मैं ना ही कोए, विन गुण कीते भगत ना होए। जे तू रहमतां ना करे ना, ते भगती बंदगी तेरा सिमरन जिहड़ा वो नहीं कीता जा सकदा। जे तेरियां बख्शिशां, तेरी वडियाई, तेरी रहमत ना होवे। स्वस्थ आथ बाणी बरमाओ, स्वस्थ दा भाव है तेरी सदा जय होवे। आथ बाणी बरमाओ भाव, बरमाओ का अर्थ है ब्रह्मा माया आदम, कि सब कुछ तू ही है, कोई होर नहीं है। पातशाह सब कुछ तू है, सत सुहान सदा मन चाओ। वेखो कईयां ने आख्या जी वो वख है, वो वख है, कहते सब कुछ तेरे विचों ही निकलिया, सब कुछ तू ही है, तेरे तो बाहर तुद बिन दूजा ना ही कोई दी इत्थे गल कर रहे ने मेरे पातशाह, कि तेरे तो बिना कोई दूजा नहीं, तो तेरी ही सदा जय होवे, तेरी जय जयकार इस संसार दे अंदर सदा है। हुण अगे मेरे बाबे ने जिहड़े बचन कहे ना, ये थोड़ा जिहा ध्यान दिया जे। कहंदे कवन सुवेला, वेला समा, असीं कहते ना कुवेला हो गया, अज तैनूं कवेला हो गया। वो कवेले का भाव है भी समा ज़्यादा हो गया तैनूं अज, वेले का अर्थ समा है। कवन सुवेला वक्त कवन, वक्त का अर्थ भी समा है। असीं कहते कितना वक्त हो गया, वक्त कवन, कवन थित कवन वार, कवन सिर उत्ती माह, कवन जित होवा आकार। जित होवा आकार इस कायनात दा, वो रुत किहड़ी सी? कवन सो वेला, वो वेला किहड़ा सी? वो वक्त किहड़ा सी? वो थित किहड़ी सी? थित भाव तरीक, वो थित किहड़ी सी? वो वार किहड़ा सी? वो रुत किहड़ी सी? वो महीना किहड़ा सी? कवन सिर उत्ती माह, कवन जित होवा आकार। ये जिहड़ी कायनात, जिहड़ा ब्रह्मंड बनिया ना, वैसे पुरातन जिहड़े विद्वान ने ना, कुछ विद्वानां ने इहदा अर्थ परमात्मा लई भी कीता है, कि जदों परमात्मा बनिया उस दिन घड़ी रुत पल, उस वेले का, उस वक्त का किसी नूं पता नहीं, जदों अपने आप तो आप पैदा होया। पर ज़्यादातर इहदे अर्थ जिहड़े वो कायनात नाल करदे हन, कि कवन सिर उत्ती माह, कवन वो किहड़ी रुत, किहड़ा महीना, जित होवा आकार। कहते वेल ना पाईया पंडिती, उस वेले का पंडितां नूं भी पता नहीं लगा। उन्हां बड़ा यतन किया ब्राह्मणां नूं, कहते जे उन्हां नूं पता लगा हुंदा, वेल ना पाईया पंडिती जे होवै लेख पुराण, कहते जे उन्हां नूं पता लगदा तो एक पुराण उन्होंने इस गल का भी लिख देना सी कि कायनात कदों बनी है। वेल ना पाईया पंडिती, उन्होंने भी इस वेले का पता नहीं लगा। जे होवै लेख पुराण, वक्त ना पायो कादियां। इस्लाम नूं मनण वाले काजियां का जिक्र है इत्थे, पहलों पंडित का जिक्र आया, फिर काजी, कादी का जिक्र है। काजी, कादी कूड़ बोल मल खाए, उत्थे भी काजी लई कादी शब्द वरतिया। वक्त ना पायो कादियां, जे काजियां नूं इस गल का पता लग जाता कि कवन सुवेला, वक्त कवन, कवन थे, उन्होंने भी कहते पता नहीं लगा। नहीं तो उन्होंने भी कुरान के अंदर इस गल का जिक्र करना सी, ये कायनात कदों बनी। बाबे ने आख्या इस गल का किसी नूं पता नहीं लगा। वक्त ना पायो कादिया, जे लिखण
ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ। ਜੋਗੀ ਨੂੰ ਵੀ ਨਹੀਂ ਪਤਾ ਉਹ ਕਿਹੜੀ ਥਿਤ ਤੇ ਕਿਹੜਾ ਵਾਰ ਹੈ। ਅਸਲ ਵਿੱਚ ਨਾ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ 'ਤੇ ਸਨ, ਉਦੋਂ ਧਰਮ ਦੇ ਉੱਪਰ ਦਬਦਬਾ ਜਿਹੜਾ ਸੀ ਪੰਡਿਤ ਦਾ ਸੀ, ਕਾਜ਼ੀ ਦਾ ਸੀ ਅਤੇ ਜੋਗੀ ਦਾ ਸੀ। ਉਦੋਂ ਜੋਗੀਆਂ ਨੂੰ ਬੜਾ ਮੰਨਿਆ ਜਾਂਦਾ ਸੀ। ਤਾਂ ਪਾਤਸ਼ਾਹ ਨੇ ਇੱਥੇ ਜੋਗੀ ਦਾ ਜ਼ਿਕਰ ਕੀਤਾ। ਕਹਿੰਦੇ ਥਿਤ ਵਾਰ ਨਾ ਜੋਗੀ ਜਾਣੈ। ਜੋਗੀ ਨੂੰ ਵੀ ਨਹੀਂ ਪਤਾ ਉਹ ਕਿਹੜੀ ਥਿਤ ਤੇ ਕਿਹੜਾ ਵਾਰ ਹੈ। ਰੁੱਤ ਮਾਹ ਨਾ ਕੋਈ। ਜੋਗੀ ਵੀ ਉਸ ਰੁੱਤ ਨੂੰ, ਉਸ ਮਾਹ ਨੂੰ, ਮਹੀਨੇ ਨੂੰ ਨਹੀਂ ਜਾਣ ਸਕਿਆ। ਇੱਥੇ ਸਮਝ ਆਉਂਦਾ ਹੈ ਜਾ ਕਰਤਾ ਸਿਰ ਠੀਕ ਕਉ ਸਾਜੇ। ਜਦੋਂ ਉਸ ਕਰਤੇ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਤਾਂ ਇਹਦੇ ਅਰਥ ਬਹੁਤੇ ਵਿਦਵਾਨ ਜਿਹੜੇ ਨਾ ਰੁੱਤ ਮਾਹੁ ਨਾ ਕੋਈ ਦਾ ਸ੍ਰਿਸ਼ਟੀ ਨਾਲ ਜੋੜਦੇ ਹਨ ਕਿ ਜਾ ਕਰਤਾ ਸਿਰ ਠੀਕ ਕਉ ਸਾਜੇ। ਹੁਣ ਮੇਰੇ ਵੱਲ ਧਿਆਨ ਨਾਲ ਵੇਖਿਓ ਸਾਰੇ, ਉੱਪਰ ਨੂੰ ਮੂੰਹ ਕਰੋ। ਇੱਥੇ ਗੱਲ ਕਹਿਣੀ ਬੜੀ ਜ਼ਰੂਰੀ ਹੈ। ਕਈ ਵਾਰ ਮਨ ਦੇ ਅੰਦਰ ਇਹ ਖਿਆਲ ਆਉਂਦੇ ਨੇ, ਹਾਂ ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਲਿਖੀ ਹੈ ਬਾਕੀਆਂ ਨੇ ਨਹੀਂ ਲਿਖੀ। ਬਾਕੀਆਂ ਨੇ ਲਿਖਿਆ ਜੀ ਸਾਨੂੰ ਪਤਾ, ਕਿਸੇ ਨੇ ਲਿਖਦਾ 7 ਧਰਤੀਆਂ 7 ਆਕਾਸ਼, ਕਈਆਂ ਨੇ ਕੁਝ। ਜਿੱਦਣ ਉਹ ਪੌੜੀ ਆਏਗੀ ਨਾ ਪਾਤਾਲ ਨਾ ਪਾਤਾਲ, ਉਦੋਂ ਪੂਰੀ ਵਿਚਾਰ ਇਹਦੀ ਹੋਏਗੀ। ਉਹ ਅੱਜ ਗੁਰੂ ਨਾਨਕ ਸਾਹਿਬ ਨੇ ਜਿਹੜੇ ਬਚਨ ਕਹੇ ਨਾ, ਕਹਿੰਦੇ ਨਾ ਬਾਹਮਣਾਂ ਨੂੰ ਪਤਾ, ਨਾ ਕਾਜ਼ੀਆਂ ਨੂੰ, ਨਾ ਜੋਗੀਆਂ ਨੂੰ। ਜਾ ਕਰਤਾ ਸਿਰ ਠੀਕ ਕਉ ਸਾਜੇ। ਜਿਸ ਕਰ, ਇੱਥੇ ਜਾਂ ਨਹੀਂ ਕਹਿਣਾ, ਜਾ, ਜਿਸ ਨੇ, ਜਿਸ ਕਰਤੇ ਨੇ ਇਸ ਸ੍ਰਿਸ਼ਟੀ ਨੂੰ, ਇਸ ਕਾਇਨਾਤ ਨੂੰ ਸਾਜਿਆ, ਆਪੇ ਜਾਣੈ, ਉਹ ਆਪ ਹੀ ਜਾਣਦਾ ਹੈ। ਕੀ ਕਵਾਂਗੇ ਕਿ ਗੁਰੂ ਨਾਨਕ ਸਾਹਿਬ ਨੂੰ ਪਤਾ ਨਹੀਂ ਸੀ? ਉਹਨਾਂ ਵੀ ਕਹਿ ਦਿੱਤਾ ਨਾ, ਮੈਂ ਨਹੀਂ ਕਹਿੰਦੇ ਜਾਣਦਾ, ਜਿਹਨੇ ਸਾਜਿਆ ਉਹ ਜਾਣਦਾ ਹੈ। ਇਹਦਾ ਕਾਰਨ ਕੀ ਹੈ? ਕਿਉਂਕਿ ਜਦੋਂ ਕਾਇਨਾਤ ਬਣਾਈ ਗਈ ਉਦੋਂ ਨਾ ਵੇਲਾ ਸੀ, ਨਾ ਵਕਤ ਸੀ, ਨਾ ਰੁੱਤ ਸੀ, ਨਾ ਮਾਹ ਸੀ, ਨਾ ਉਦੋਂ ਤੇ ਹੈ ਹੀ ਕੁਝ ਨਹੀਂ ਸੀ। ਫਿਰ ਸਮਝਿਓ, ਈਸਾਈ ਮਤ ਕਹਿੰਦਾ ਹੈ ਕਿ ਪਰਮੇਸ਼ਰ ਨੇ ਸੋਮਵਾਰ ਨੂੰ ਕੰਮ ਸ਼ੁਰੂ ਕੀਤਾ, ਸ਼ਨੀਵਾਰ ਤੱਕ ਸਾਰੀ ਸ੍ਰਿਸ਼ਟੀ ਸਭ ਕੁਝ ਸਾਜ ਕੇ ਐਤਵਾਰ ਉਹਨੇ ਆਰਾਮ ਕੀਤਾ। ਇਵੇਂ ਹੀ ਹੈ ਨਾ। ਕਿਉਂ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਆਪੇ ਜਾਣੈ? ਸੋ ਇਹਦਾ ਕਾਰਨ ਬੜਾ ਵੱਡਾ ਹੈ। ਜਦੋਂ ਕੁਝ ਹੈ ਹੀ ਨਹੀਂ ਸੀ ਤੇ ਉਦੋਂ ਸੋਮਵਾਰ ਕਿੱਥੋਂ ਆ ਗਿਆ? ਸਮਝਿਓ ਇਸ ਗੱਲ ਨੂੰ, ਧਿਆਨ ਨਾਲ ਸਮਝਣ ਵਾਲੀ ਏ। ਜਦੋਂ ਕੁਝ ਹੈ ਹੀ ਨਹੀਂ, ਅਰਬਦ ਨਰਬਦ ਧੁੰਦੂ ਘਾਰਾ, ਮੰਨ ਲਿਆ ਇਸ ਗੱਲ ਨੂੰ, ਫਿਰ ਉਦੋਂ ਸੋਮਵਾਰ ਕਿੱਥੋਂ ਆ ਗਿਆ? ਵੀ ਕਹਿੰਦੇ ਜੀ ਉਹ ਸੋਮਵਾਰ ਸ਼ੁਰੂ ਕੀਤਾ ਪਰਮਾਤਮਾ ਨੇ, ਪਰਮੇਸ਼ਰ ਨੇ, ਉਦੋਂ ਤਾਂ ਹੈ ਹੀ ਕੁਝ ਨਹੀਂ ਸੀ। ਤਾਂ ਹੀ ਮੇਰੇ ਬਾਬੇ ਨੇ ਆਖਿਆ ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ, ਉਹ ਆਪ ਜਾਣਦਾ ਹੈ ਉਹਨੇ ਕਦੋਂ ਸਾਜੀ, ਉਹ ਕਿਹੜਾ ਮਹੀਨਾ ਸੀ, ਕਿਹੜੀ ਰੁੱਤ ਸੀ, ਕਿਹੜਾ ਸਮਾਂ ਸੀ, ਕਿਹੜਾ ਵਕਤ ਸੀ, ਕਿਹੜਾ ਵੇਲਾ ਸੀ, ਉਹ ਆਪ ਜਾਣਦਾ ਹੈ। ਜਦੋਂ ਉਹਨੇ ਸਾਜੀ, ਕਦੋਂ ਸਾਜੀ ਦਾ ਤੇ ਪਤਾ ਨਹੀਂ, ਪਰ ਕਿਵੇਂ ਸਾਜੀ ਦੀ ਗੱਲ ਜ਼ਰੂਰ ਆਉਂਦੀ ਹੈ। ਕੀਤਾ ਪਸਾਓ ਏਕੋ ਕਵਾਓ, ਕਿਵੇਂ ਦਾ ਮਾਇਨਾ ਜ਼ਰੂਰ ਪਤਾ ਹੈ, ਕਦੋਂ ਦੀ ਗੱਲ ਹੈ ਹੀ ਨਹੀਂ। ਇੱਥੇ ਕਹਿ ਦਿੰਦਾ ਜੀ ਲੱਖਾਂ ਹਜ਼ਾਰ ਲੱਖਾਂ ਕਰੋੜਾਂ ਸਾਲ ਪਹਿਲਾਂ ਵਿਗਿਆਨ ਕਹਿ ਦਿੰਦਾ ਹੈ। ਵਿਗਿਆਨ ਵੀ ਨਹੀਂ ਦੱਸ ਸਕਿਆ। ਕਹਿੰਦੇ ਇੱਕ ਪਿੱਛੇ ਜਿਹਾ ਬੜਾ ਰੌਲਾ ਪਾਇਆ ਸੀ ਨਾ ਇਹਨਾਂ ਨੇ, ਉਸ ਅਣੂ ਦੀ ਖੋਜ ਕਰਨੀ ਹੈ ਜਿਸ ਅਣੂ ਤੋਂ ਕਾਇਨਾਤ ਬਣੀ। ਐਵੇਂ ਕਹਿੰਦੇ ਸੀ ਨਾ, ਧਰਤੀ ਵਿੱਚ ਬੜੀ ਲੰਮੀ ਇਹਨਾਂ ਸੁਰੰਗ ਪੱਟੀ ਮਸ਼ੀਨਾਂ ਫਿੱਟ ਕੀਤੀਆਂ ਸੀ। 5-7 ਸਾਲ ਪਹਿਲਾਂ ਦੀ ਗੱਲ, 10 ਸਾਲ ਹੋ ਗਏ ਹੋਣੇ। ਕਹਿੰਦੇ ਜੀ ਉਸ ਅਣੂ ਦੀ ਖੋਜ ਕਰਨੀ ਹੈ, ਲੋਕ ਰੱਬ ਤੋਂ ਪਰੇ ਹੋ ਜਾਣਗੇ। ਤੇ ਮੈਂ ਕਿਹਾ ਭਲਿਓ, ਤੁਸੀਂ ਉਸ ਅਣੂ ਦੀ ਖੋਜ ਕਰ ਲੋਗੇ ਜਿੱਥੋਂ ਕਾਇਨਾਤ ਬਣੀ, ਤੇ ਉਹ ਅਣੂ ਕਿੰਨੇ ਬਣਾਇਆ? ਗੱਲ ਤੇ ਘੁੰਮ ਕੇ ਉੱਥੇ ਹੀ ਆਉਣੀ ਹੈ। ਜੇ ਉਸ ਅਣੂ ਤੋਂ ਕਾਇਨਾਤ ਬਣੀ ਤੇ ਉਸ ਅਣੂ ਨੂੰ ਕਿੰਨੇ ਬਣਾਇਆ? ਫਿਰ ਗੱਲ ਤੇ ਉੱਥੇ ਹੀ ਆਏਗੀ। ਕਹਿੰਦੇ ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ, ਸੋਈ ਉਹ ਆਪ ਜਾਣਦਾ ਏ ਕਿ ਕਦੋਂ, ਕਿਤੇ, ਕਿਵੇਂ, ਕਦੋਂ, ਕਿਹੜਾ ਸਮਾਂ ਸੀ, ਕਿਹੜਾ ਵੇਲਾ ਸੀ ਜਦੋਂ ਉਹਨੇ ਇਸ ਕਾਇਨਾਤ ਨੂੰ ਬਣਾਇਆ। ਇਹ 100 ਮੰਗਲਵਾਰ ਵਾਲੀਆਂ ਤੇ ਐਵੇਂ ਗੱਲਾਂ ਹੀ ਨੇ। ਇੱਥੇ ਕਹਿ ਦਿੱਤਾ ਨਾ ਥਿਤ ਦਾ ਭਾਵ ਨਾ ਉਸ ਤਰੀਕ ਦਾ ਪਤਾ ਹੈ, ਵਾਰ ਨਾ ਦਿਨ ਦਾ ਪਤਾ ਹੈ। ਵਾਰ ਸੀ ਕਹਿੰਦੇ ਨਾ ਸੋਮਵਾਰ ਮੰਗਲਵਾਰ, ਕਿਸੇ ਦਾ ਨਹੀਂ ਪਤਾ। ਕਹਿੰਦੇ ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ। ਕਿਵੇਂ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ? ਕਿਵੇਂ ਉਹਦੀ ਵਡਿਆਈ? ਅਸਲ ਵਿੱਚ ਜਿੰਨੇ ਇਹ ਉਹਦੀ ਵਡਿਆਈ ਹੀ ਹੈ
आपे जाना सोई। गुरु नानक पातशाह ने ना बड़ियां रहमतां कीतियां ने, बड़ियां बख्शिशां मेरे पातशाह ने कीतियां ने। सब कुछ जानते हुए भी वार वार परमात्मा दियां वडियाइयां करते हुए कह रहे ने भाई सब कुछ उही जानता है। जिन्हों वड्डा कहने हैं ना उन्होंने पता है सब, जिन्हें बनाया उन्होंने पता है। देखो गुरबाणी की एक पंक्ति है, पुत्र दा जन्म कदों होया ये बाप दस सकता है, उन्होंने पता है। पर बाप दा जन्म कदों होया ये पुत्र दस सकता है? वो पुछ के दस सकता है ना। समझो ध्यान नाल इस गल नूं। बाप दा जन्म कदों होया पुत्र नूं पुछो किवें दसेगा? वो कहेगा जी मैनू नहीं पता, मैनू तो मेरे प्यो ने अपनी डेट ऑफ बर्थ दस दी तो मैनू पता लगा। तो पुत्र दा जन्म कदों होया बाप नूं पता है। गुरबाणी ने आख्या पिता का जन्म के जाने पूत। एक पुत्र प्यो का जन्म कदों होया ये बारे किवें जान सकता है? उन्होंने पता है मेरा प्यो है, पर उसका जन्म बारे की दसेगा? ये वडियाइयां हैं जिहड़ी बाणी कर रही है ना गुरु नानक पातशाह। खैर सतगुरां ने तो अपने आप को कदे पुत्र भी नहीं उहदा आख्या, वो तो अपने आप को सेवक कहते रहे, ढाडी कहते रहे। नानक नीच कहे विचार जपजी साहब, नीच कह दिता अपने आप को। किसी गुरु साहब ने वेखो यीशु ने आख्या कि आई एम द सन ऑफ गॉड, मैं उस गॉड का पुत्र हाँ, क्या आना उन्हें। मुहम्मद साहब ने आख दिता मैं आखिरी पैगंबर हाँ, मेरे तो बाद गल ही खत्म हो जानी है। मुहम्मद साहब ने आख्या मैं आखिरला पैगंबर हाँ। गुरु नानक साहब सच्चे पातशाह कहते मैं तो तेरे दर दा ढाडी हाँ, मैं तो नीच हाँ, मैं मूर्ख हाँ। गुरु गोबिंद सिंह कहते कि सच्चे पातशाह सगल द्वार को छाड़ के गहियो तुहारो द्वार, बाह गहे की लाज अस गोबिंद दास। तुहार मैं तेरा गोबिंद सिंह मैं तेरा दास हाँ ऐ वाहिगुरू। देखो फर्क किन्ना। ये वडियाइयां ही ने उस परमात्मा दियां, होर की हन। किव कर आके वडियाइयां ने, भावें पातशाह कह रहे ने किव कर आखा किव साला ही क्यों वरनी किव जाना, नानक आखन सब को आखै एक दू एक। इत्थे हर कोई सियाणा है, अपने आप च ते हर कोई सियाणा है। अपने आप च हर कोई कहता है कि जिन्ना मैं जानता उन्ना कोई नहीं जानता। पर गुरु नानक मेरा बाबा जिहड़ा है ना सब कुछ जानदा होया भी कह दिंदा सी मैं नहीं जानता, वो जानता है। आ फर्क है। फिर आख्या कहते वड्डा साहिब वड्डी नाई। वेखो जरा साहिब वड्डा है ना उहदी वडियाई, नाई दा अर्थ है वडियाई, उहदी वडियाई भी वड्डी है। कीता जाका होवै ये सब कुछ उहदा ही कीता है। नानक जे को आपो जाणै अग्गै गया न सो है। जे कोई समझदा है ना कि मैं कीता है जां मेरे द्वारा हो रहा है या मेरे तो बिना ये कुछ हो ही नहीं सकता सी, सच्चे पातशाह ने आख्या फिर वो परमात्मा के दर ते गया, उन्होंने शोभा उन्होंने कुछ भी नहीं हासिल होंदा जी, मान सत्कार कुछ भी नहीं उन्होंने मिलता। अज की पौड़ी सचमुच कमाल दी है, जिथे गुरु बाबे ने बचन कहे आख्या भाई वो जड़ा परमात्मा जड़ा जिदियां रहमतां जिदियां बख्शिशां जिदियां वडियाइयां जिदा सब कुछ है, कोई नहीं जानता कि उस परमात्मा ने इस कायनात नूं जां इस सृष्टि नूं कदों साजिया, किवें साजिया। उस रुत उस महीने उस घड़ी उस पल बारे किसी नूं पता नहीं। हाँ जे पता है तो उन्होंने पता है जिन्हें उन्होंने साजिया है। जा करता सिर ठीक को साजे आपे जाने सोई, वो आप ही जानता है। सो सतगुरु रहमत करन। बड़ा आनंद इस बाणी के अंदर, बड़ियां रहमतां ने। पढ़िया करो आप भी, ये अर्थ आप भी करया करो, समझिया करो। आनंद ही है इस बाणी के अंदर। सुवेनियां को बेनतियां प्रवान होइयां बेअंत भुलां दी खिमा, करो गुरफतेह दी सांझ। वाहिगुरू जी का खालसा वाहिगुरू जी की फतेह।